लिया मैनू दे दे। मैं क्या हाथ ना लाई ट्रे नूं। भैणे इन्ना भी ना बगाना कर हुण तू। नाले दुर्गा ने कहा कि आपां दोवां ने इकट्ठे मिल के घर दा काम कार करना है। दे दे मैनू, मैं लै जाना। चल मैं लैके आउणा। आ लो जीजो, मिठी मिठी चाह पियो। मैनू पता मेरे करके घर दा माहौल खराब होया पिया, पर मैं हुण सुधर गया। मैं ना हुण सारे माड़े काम छड्डते। ਉਹ ਤੂੰ ਜਾਣਦੇ ਲੱਡੂ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਤੂੰ ਨਹੀਂ ਮਾੜੇ ਕੰਮ ਛੱਡ ਸਕਦਾ। नहीं नहीं जीजा, मैं सच्ची सारे माड़े काम छड्डते। आ वेखो तो सी, मैं घर दे कम्मां कारां च हत्थ मंडा रिहा। मैं आप चाह बना के लिया। ਕੋਈ ਲੋੜ ਨਹੀਂ ਹੈ ਘਰ ਦੇ ਕੰਮਾਂ ਕਾਰਾਂ 'ਚ ਹੱਥ ਵਡਾਉਣ ਦੀ। ਤੂੰ ਇਹ ਦੱਸ ਇੱਥੋਂ ਕਦੋਂ ਜਾ ਰਹੇ? ना ना जीजा ऐ ना कर, मेरी जिंदगी बर्बाद हो जूगी। नाले नाले मैनूं सौं लगे, मैं तुहानूं ना भरोसा दवाना, अज तो बाद मैं कोई शिकायत का मौका नहीं दूंगा। बस मैनूं घरों ना कड्डो। ਡਰਾਮੇ ਜੇ ਬੰਦ ਕਰ। ਉਹ ਤੂੰ ਸ਼ਰਮ ਕਰ ਲਾ ਮਾੜੀ ਮੋਟੀ ਡੰਗਰਾ। ਝੂਠ ਬੋਲ ਬੋਲ ਕੇ ਥੱਕਿਆ ਨਹੀਂ ਤੂੰ ਨਾ ਮਿੰਟ ਵੀ ਬਰਦਾਸ਼ਤ ਨਹੀਂ ਹੁੰਦਾ ਇਸ ਘਰ ਵਿੱਚ ਹੁਣ। ਲੱਡੂ ਜੀ, ਜਦੋਂ ਤੁਸੀਂ ਪਿੰਡੋਂ ਤਾਇਆ ਜੀ ਨੂੰ ਐਂਬੂਲੈਂਸ ਵਿੱਚ ਲੈ ਕੇ ਆ ਰਹੇ ਸੀ ਉਦੋਂ ਕੀ ਹੋਇਆ ਸੀ? ਹੌਲੀ ਕ੍ਰਾਸ ਨਾਮ ਸੀ ਨਾ ਐਂਬੂਲੈਂਸ ਦਾ। ਉਹ ਮਾਂ ਮੇਰੀ ਏ, ਚੈਨ ਨਾਲ ਚਾਹ ਪੀ ਲੈਣ ਦੇ ਸਾਰਿਆਂ ਨੂੰ। ਨਾਲੇ ਮੈਂ ਪੁਲਿਸ ਵਾਲਿਆਂ ਨੂੰ ਸਾਰਾ ਕੁਝ ਦੱਸਤਾ ਸੀ, ਤੇ ਆ ਚਾਹ ਨਾ ਬਾਊ ਜੀ ਨੂੰ ਬਹੁਤ ਪਸੰਦ ਸੀ। ਐਵੇਂ ਬੇਇੱਜ਼ਤੀ ਨਾ ਕਰੋ, ਚਾਹ ਪੀਓ ਸਾਰੇ। ਮੇਰੇ ਹੱਥ ਮੱਚ ਗਏ ਚਾਹ ਬਣਾਉਂਦੇ ਬਣਾਉਂਦੇ। ਨਾਲੇ ਨਾ ਬਾਊ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਬਾਊ ਜੀ ਕਿਰਪਾ ਕਰੋ ਸਾਰਿਆਂ ਤੇ। ਆ ਨਿੱਕਾ ਜਿਹਾ ਕੰਮ ਨਹੀਂ ਹੁੰਦਾ ਤੁਹਾਡੇ ਤੋਂ। 4 ਦਿਨਾਂ ਲਈ ਘਰੋਂ ਕੀ ਗਈ, ਤੁਸੀਂ ਤਾਂ ਸਾਰਾ ਕੁਝ ਲੁਟਾਉਣ ਲੱਗੇ ਸੀ, ਉਹ ਵੀ ਇਸ ਕੱਲ ਦੀ ਕੁੜੀ ਦੇ ਹੱਥੋਂ। ਇਹ ਕਿੱਟੀ ਦਾ ਵਾਰ ਸੀ, ਹੋਸ਼ ਤਾਂ ਇਹਨੂੰ ਕੰਮ ਹੋਣ ਤੋਂ ਬਾਅਦ ਹੀ ਆਊਗਾ। ਲੱਡੂ ਲਿਆ ਕਾਗਜ਼, लो आग उठा। हाय हाय किट्टी, तू तो कमाल ही करती। एक बार च ही तो सारा घर अपने ना करवा लिया। चल चल निकल जा। खड़ जा वीरे, मैंने सबूत तो मिटा लेंदे। तेरे वर्गे कच्चे काम नहीं करती मैं। ले चल। ਤੁਸੀਂ ਦੋਵੇਂ ਵੀ ਨਾ ਜਮਾ ਹੀ ਪਾਗਲ ਹੋ ਨਾ। ਇੰਨੇ ਦਿਨਾਂ ਤੋਂ ਤੁਹਾਡੇ ਤੋਂ ਇੱਕ ਕੁੜੀ ਨਹੀਂ ਸਾਂਭੀ ਗਈ। ਮੈਂ ਤਾਂ ਕਹਿੰਨੀ ਆ ਇਹੋ ਜਿਹੇ ਸਪੋਲੀਏ ਨੂੰ ਨਾ ਦੇਖਦੇ ਹੀ ਸਿਰੀ ਮਿੱਧ ਦੇਣੀ ਚਾਹੀਦੀ ਹੈ। ਬਸ ਭੈਣੇ ਚਾਰਿਓਂ ਪਾਸੋਂ ਮੱਤ ਵੱਜੀ ਪਈ ਸੀ, ਦਿਮਾਗ 'ਚ ਗੱਲ ਹੀ ਨਹੀਂ ਆਈ। ਹਾਏ ਸ਼ੁਕਰ ਆ ਪਰਮਾਤਮਾ ਦਾ, ਨਹੀਂ ਤਾਂ ਨਾ ਮੇਰਾ ਇੰਨੇ ਦਿਨਾਂ ਤੋਂ ਨਾ ਸੰਗ ਸੁੱਕਿਆ ਪਿਆ ਸੀ। ਕੋਈ ਗੱਲ ਨਹੀਂ ਬਿੱਟੀ ਭੈਣੇ, ਹੁਣੇ ਸੰਗ ਗਿੱਲਾ ਕਰਾ ਦਿੰਨੇ ਆ। ਘਰ ਮਿਲਣ ਦੀ ਖੁਸ਼ੀ 'ਚ ਤੂੰ ਵੀ ਮਾਰ ਕੇ ਇੱਕ ਪਟਿਆਲਾ। ਚੱਲ ਵੇ, ਤੇਰਾ ਦਿਮਾਗ ਤਾਂ ਠੀਕ ਹੈ ਵੀਰੇ ਨਾ। ਆਪਣੇ ਨਾਲ ਨਾਲ ਸਾਨੂੰ ਵੀ ਇਹਦੀ ਮਰ ਜਾਣੀ ਦੀ ਲੱਤ ਲਾਉਣੀ ਆ। ਉਹ ਕੋਈ ਗੱਲ ਨਹੀਂ, ਅੱਜ ਕੱਲ ਖੁਸ਼ੀ ਜਨਾਨੀਆਂ ਲਾ ਲੈਂਦੀਆਂ ਹੁੰਦੀਆਂ। ਉਹ ਨਾ ਭਾਈ, ਅਸੀਂ ਉਹਨਾਂ ਜਨਾਨੀਆਂ ਵਰਗੀਆਂ ਨਹੀਂ ਹੈਗੀਆਂ। ਦੂਰ ਰੱਖ ਇਹਨੂੰ ਟੁੱਟ ਪੈਣੀ ਨੂੰ ਸਾਡੇ ਤੋਂ। ਉਹ ਯਾਰ ਆ ਗੱਲ ਗਲਤ ਹੈ। ਅਜੋ ਤੱਕ ਪਾਰਟੀ 'ਚ ਚੇਅਰਸ ਜੇ ਕਰਕੇ ਗਲਾਸ ਨਾਲ ਖੜਕਣ ਸਵਾਦ ਹੀ ਨਹੀਂ ਆਉਂਦਾ। ਲੈ ਵੀਰੇ ਕੋਈ ਗੱਲ ਨਹੀਂ, ਤੂੰ ਗਲਾਸੀ ਨਾਲ ਗਲਾਸੀ ਖੜਕਾਣੀ ਆ ਨਾ। ਆ ਅਸੀਂ ਬੱਤਾ ਪੀ ਲੈਨੇ ਆ, ਫਿਰ ਤੇਰਾ ਹੋ ਜੂ ਚੇਅਰਸ। ਆ ਵੀ ਗੱਲ ਠੀਕ ਹੈ। ਐਂ ਕਰੋ ਤੁਸੀਂ ਵੀ ਆਪਣੀ ਪੈਗੜੀ ਜੀ ਪਾਓ ਤੇ ਮੈਂ ਵੀ ਆਪਣਾ ਪੈਗ ਪਾਉਣਾ। ਚੱਲ ਬੇਟੀ ਆਹੋ। ਲਓ ਜੀ, ਘਰ ਮਿਲਣ ਦੀ ਖੁਸ਼ੀ 'ਚ
ਵੈਸੇ ਇੱਕ ਗੱਲ ਤਾਂ ਹੈ ਕਿਟੀਏ, ਉਹ ਕਿਹੜੀ ਬਿੱਟੀ? ਦੇਖੇ ਕਿੰਨਾ ਆਸਾਨ ਸੀ ਨਾ ਘਰ ਨੂੰ ਆਪਣੇ ਨਾਂ ਕਰਨਾ। ਪਤਾ ਨਹੀਂ ਸਾਡੇ ਦਿਮਾਗ 'ਚ ਇਹ ਗੱਲ ਕਿਉਂ ਨਹੀਂ ਆਈ। ਵੇਖ ਤਾਂ, ਹਾਏ ਸਾਰਾ ਘਰ ਹੀ ਸਾਡੇ ਨਾਂ ਹੋ ਗਿਆ। ਗੱਲ ਤਾਂ ਵੈਸੇ ਸਹੀ ਹੈ। ਅੰਗੂਠੇ ਦੀ ਕੀਮਤ ਕਿੰਨੀ ਹੈ ਨਾ, ਨਿਸ਼ਾਨੀ ਲਾਉਂਦੇ ਹੀ ਵਿਚਾਰੀ ਮਾਲਕਨ ਤੋਂ ਬਖਾਨਣ ਬਣ ਗਈ। ਆਹੋ, ਹੁਣ ਉਹਨੂੰ ਆਪਣਾ ਅੰਗੂਠਾ ਦਿਖਾ ਕੇ ਨਾ ਪੁੱਠਾ ਕਰਨਾ ਤੇ ਲੱਤ ਮਾਰ ਕੇ ਘਰੋਂ ਕੱਢ ਦੇਣਾ ਉਹਨੂੰ। ਨਾ ਕਿਟੀਏ, ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇੰਨੀ ਜਲਦੀ ਖੁਸ਼ ਹੋਣਾ ਚਾਹੀਦਾ, ਕਿਉਂਕਿ ਨਾ ਜਦੋਂ ਤੱਕ ਕਾਗਜ਼ਾਂ ਤੇ ਉਹ ਸਰਕਾਰੀ ਮੋਹਰ ਨਹੀਂ ਨਾ ਲੱਗਦੀ, ਇਹ ਕਰਨਾ ਉਹਦੇ ਨਾਂ ਹੀ ਰਹਿਣਾ। ਉਹ ਲੱਡੂ ਦੇ ਹੁੰਦਿਆਂ ਕਾਹਨੂੰ ਟੈਨਸ਼ਨ ਲੈਨੇ ਹੋ ਮੋਹਰ ਦੀ। ਮੈਂ ਤੜਕੇ ਉੱਠਦੇ ਸਾਰ ਜਾ ਕੇ ਨਾ ਕੋਰਟ 'ਚ ਵੱਜੂਗਾ, ਸਾਰਾ ਕੰਮ ਉੱਥੇ ਕਰਾ ਲਿਓ। ਤੁਸੀਂ ਟੈਨਸ਼ਨ ਨਾ ਲਓ, ਲਓ ਨਜ਼ਾਰੇ ਦੁਬਾਰਾ ਫੇਰ। ਆਹੋ, ਇਸ ਤੋਂ ਪਹਿਲਾਂ ਦੁਰਗਾ ਨੂੰ ਸਿਆਹੀ ਦੀ ਡੱਬੀ ਮਿਲ ਜੇ, ਕਾਗਜ਼ਾਂ ਤੇ ਆ ਮੋਹਰ ਲੱਗ ਜੇ ਬਸ। ਮੇਰਾ ਸਿਰ ਇੰਨਾ ਭਾਰੀ ਭਾਰੀ ਜਿਹਾ ਕਿਉਂ ਲੱਗ ਰਿਹਾ ਹੈ? ਨਾਲੇ ਮੈਨੂੰ ਕੁਝ ਯਾਦ ਵੀ ਨਹੀਂ ਆ ਰਿਹਾ ਕਿ ਮੈਂ ਸੁੱਤੀ ਕਦੋਂ, ਤੇ ਉੱਠਣ ਵਿੱਚ ਵੀ ਇੰਨੀ ਲੇਟ ਹੋ ਗਈ। ਮੈਨੂੰ ਕੁਝ ਯਾਦ ਕਿਉਂ ਨਹੀਂ ਆ ਰਿਹਾ? ਰਾਤ ਹੋਇਆ ਕੀ ਸੀ? ਇਹ ਕਿਸ ਚੀਜ਼ ਦਾ ਨਿਸ਼ਾਨ ਹੈ ਮੇਰੇ ਅੰਗੂਠੇ ਤੇ? ਇਹ ਤਾਂ ਸ਼ਾਹੀ ਦਾ ਨਿਸ਼ਾਨ ਹੈ, ਪਰ ਮੈਂ ਤਾਂ ਕੋਈ ਸ਼ਾਹੀ ਵਾਲਾ ਕੰਮ ਹੀ ਨਹੀਂ ਕੀਤਾ। ਫਿਰ ਇਹ ਕੀ ਹੈ? दुर्गा उठ गई दुर्गा? बड़ी देर लाती तो अज उठन च की गल? तेरी तबीयत तो ठीक है ना? अब पापे ਨੂੰ ਕੀ ਹੋਇਆ ਅੱਜ? ਬੜਾ ਪਿਆਰ ਆ ਰਿਹਾ ਇਹਨੂੰ ਮੇਰੇ ਤੇ। ਅੱਗੇ ਤੱਕ ਤੇ ਪਾਣੀ ਵੀ ਨਹੀਂ ਪੁੱਛਿਆ, ਅੱਜ ਮੇਰੇ ਲਈ ਚਾਹ ਬਣਾ ਕੇ ਲਿਆਈ ਹੈ। ਚੱਲ ਛੱਡ, ਆ ਲੈ ਆ ਫੜ, ਆ ਚਾਹ ਪੀ ਲਈ ਤੇ ਨਾਲੇ ਨਾ ਆਪਣੇ ਭਰਾਵਾਂ ਨੂੰ ਵੀ ਦੇ ਆਈ। ਸਵੇਰ ਦੇ ਨਾ ਬਾਰ-ਬਾਰ ਪੁੱਛ ਰਹੇ ਨੇ ਕਿ ਦੁਰਗਾ ਹਲੇ ਤੱਕ ਕਿਉਂ ਨਹੀਂ ਉੱਠੀ। ਹਾਂ ਜਾ ਛੇਤੀ ਕਰ, ਨਾਲੇ ਨਾ ਮੂੰਹ ਹੱਥ ਧੋ ਲਈ। ਮੈਂ ਤਾਂ ਨਾਸ਼ਤਾ ਵੀ ਤਿਆਰ ਕਰ ਲਿਆ, ਕਿਤੇ ਠੰਡਾ ਨਾ ਹੋ ਜੇ। ਹੈ ਤੂੰ ਜਾ ਛੇਤੀ ਕਰ, ਜਾ। ਤੇ ਇੱਕ ਗੱਲ ਹੋਰ, ਕਿੱਟੀ ਨਾ ਕੱਲ ਸ਼ਾਮ ਨੂੰ ਹੀ ਆ ਗਈ ਸੀ ਤੈਨੂੰ ਮਿਲਣ ਲਈ। ਤਾਂ ਉਹ ਬਾਹਲੀ ਉਤਾਵਲੀ ਹੈ, ਉਹਨੂੰ ਵੀ ਮਿਲੀ ਜਾ ਕੇ। ਜਾ। ਹਾਏ ਸ਼ੁਕਰ ਹੈ ਮਾਤਾ ਰਾਣੀਏ, ਨਹੀਂ ਤਾਂ ਮਕਾਨ ਗਿਆ ਸੀ ਹੱਥੋਂ। ਲੱਡੂ ਵੀਰੇ, ਲਵਾ ਲਿਆ ਕਾਗਜ਼ ਤੇ ਮੋਹਰ? ਕਿੱਥੋਂ ਲਵਾ ਲਿਆ? ਕਚਹਿਰੀਆਂ ਤਾਂ ਬੰਦ ਪਈਆਂ ਅੱਜ। ਲੈ ਦੱਸ, ਅੱਜ ਹੀ ਕਚਹਿਰੀਆਂ ਬੰਦ ਹੋਣੀਆਂ ਸੀ, ਟੁੱਟ ਪੈਣੀਆਂ। ਹੁਣ ਕੀ ਬਣੂ ਫਿਰ? ਤੂੰ ਟੈਨਸ਼ਨ ਨਾ ਲੈ, ਕੱਲ ਕਚਹਿਰੀਆਂ ਖੁੱਲੀਆਂ ਨੇ।
ਮੈਂ ਮੁੰਸ਼ੀ ਦੀ ਜੇਬ 'ਚ 500 ਦਾ ਕੜਕਣਾ ਨੋਟ ਪਾ ਕੇ ਆਇਆ। ਕੱਲ ਜਾਂਦੇ ਹੀ ਨਾ ਆਪਣੇ ਕਾਗਜ਼ ਤੇ ਮੋਹਰ ਕਰਕੇ ਲਾ ਦੂਗਾ। ਆਪਣੇ ਮਹੱਲੇ 'ਚ ਪੁਲਿਸ, ਇੱਥੇ ਤਾਂ ਮੈਨੂੰ ਛੱਡ ਕੇ ਸਾਰੇ ਸ਼ਰੀਫ ਲੋਕ ਰਹਿੰਦੇ ਨੇ, ਫਿਰ ਕਿੰਨਾ ਘਰੇ ਆ ਗਈ? ਹੋਏ ਤਾਂ ਆਪਣੇ ਕੰਨੀ ਆ ਰਹੇ ਨੇ। ਪਿੱਟੀਏ, ਤੂੰ ਜਾ ਕੇ ਕਮਰੇ 'ਚ ਲੁਕ, ਮੈਂ ਆਸੇ ਪਾਸੇ ਹੁੰਨਾ। हाँ हाँ। मिस दुर्गा ਤੁਸੀਂ ਹੋ? ਹਾਂਜੀ ਇੰਸਪੈਕਟਰ ਸਰ, ਮੈਂ ਹੀ ਹਾਂ, ਦੱਸੋ। ਸੁਰਿੰਦਰ ਜੀ ਦੀ ਪੋਸਟਮਾਰਟਮ ਰਿਪੋर्ट ਆ ਗਈ। ਠੀਕ ਹੈ, ਮੈਂ ਤੁਹਾਡੀ ਕੰਪਲੇਂਟ ਨੋਟ ਕਰ ਲੈਤਾ ਹੂੰ। ਤੁਸੀਂ ਕੰਪਲੇਂਟ ਕੀਤੀ ਸੀ ਕਿ ਤੁਹਾਡਾ ਕੇਸ ਦੁਬਾਰਾ ਖੋਲਾ ਜਾਏ ਤੇ ਮੈਂ ਉਸੇ ਬਾਰੇ ਗੱਲ ਕਰਨ ਆਇਆ ਤੇ ਮੈਂ ਤੁਹਾਨੂੰ ਇੱਕ ਬੜੀ ਜ਼ਰੂਰੀ ਗੱਲ ਦੱਸਣਾ ਹੈ। ਹਾਂਜੀ ਸਰ, ਦੱਸੋ। ਜੀ, ਸੁਰਿੰਦਰ ਜੀ ਦੀ ਡੈਥ ਨੈਚੁਰਲ ਡੈਥ ਨਹੀਂ ਸੀ, ਬਲਕਿ ਉਹਨਾਂ ਦੀ ਡੈਥ ਦਮ ਘੁੱਟਣ ਨਾਲ ਹੋਈ ਹੈ। सुरेंद्र शर्मा जी का घर आही है? ਹਾਂਜੀ ਇਹੀ ਹੈ। वो इस दुनिया च नहीं रहे। ਇਹ ਸਾਡੇ ਬਾਪੂ ਜੀ ਨਹੀਂ, ਸਾਡੇ ਬਾਪੂ ਜੀ ਤਾਂ ਚੰਗੇ ਭਲੇ ਸੀ। इन्ना तो सानू पता नहीं। इन्हां दी बाडी अज जली साडे हॉस्पिटल च आई सी, शायद एक्सीडेंटल केस है। ਦਮ ਕੁੱਟਣ ਨਾਲ? ਪਰ ਜਨਾਬ ਇਹ ਕਿਵੇਂ ਹੋ ਸਕਦਾ ਜੀ? ਹਾਂਜੀ ਜਨਾਬ, ਉਹ ਤਾਂ ਐਂਬੂਲੈਂਸ ਵਿੱਚ ਆ ਰਹੇ ਸੀ ਨਾ, ਨਾਲੇ ਐਂਬੂਲੈਂਸ ਵਿੱਚ ਤਾਂ ਆਕਸੀਜਨ ਵੀ ਹੁੰਦੀ ਹੈ, ਫਿਰ ਦਮ ਘੁੱਟਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜਨਾਬ। ਨਾਲੇ ਜੀ ਸਾਨੂੰ ਤਾਂ ਇਹੀ ਪਤਾ ਲੱਗਿਆ ਸੀ ਕਿ ਐਂਬੂਲੈਂਸ 'ਚ ਅੱਗ ਲੱਗ ਗਈ ਸੀ, ਇਸੇ ਕਰਕੇ ਬਾਪੂ ਜੀ। ਵੇਖੋ ਜੀ, ਮੈਂ ਪੁਲਿਸ ਇੰਸਪੈਕਟਰ ਹਾਂ, ਹਰ ਗੱਲ ਤੇ ਸ਼ੱਕ ਕਰਨਾ ਮੇਰੀ ਡਿਊਟੀ ਹੈ। ਹੋ ਸਕਦਾ ਹੈ ਉਹਨਾਂ ਦੀ ਅੱਗ ਲੱਗਣ ਨਾਲ ਸਾਹ ਘੁੱਟ ਗਿਆ ਹੋਵੇ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਦਮ ਘੁੱਟਣ ਤੋਂ ਬਾਅਦ ਅੱਗ ਲੱਗੀ ਹੋਵੇ। ਬਟ ਉਸ ਤੋਂ ਵੱਡਾ ਸਵਾਲ, ਆਖਰ ਐਂਬੂਲੈਂਸ ਨੂੰ ਅੱਗ ਲੱਗੀ ਕਿਵੇਂ? ਤੁਹਾਡਾ ਸਾਰਾ ਸ਼ੱਕ ਬਿਲਕੁਲ ਜਾਇਜ਼ ਹੈ ਸਰ। ਨਾਲੇ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਇਸ ਬਾਰੇ ਦੱਸਿਆ। ਸਾਡਾ ਸਾਰਾ ਪਰਿਵਾਰ ਇਹੀ ਚਾਹੁੰਦਾ ਹੈ ਕਿ ਤੁਸੀਂ ਦੁਬਾਰਾ ਚੰਗੀ ਤਰ੍ਹਾਂ ਇਸ ਕੇਸ ਦੀ ਜਾਂਚ ਪੜਤਾਲ ਕਰੋ, ਤਾਂ ਜੋ ਸਾਨੂੰ ਪਤਾ ਲੱਗੇ ਕਿ ਆਖਿਰ ਤਾਇਆ ਜੀ ਨਾਲ ਅਸਲ ਵਿੱਚ ਹੋਇਆ ਕੀ ਸੀ। ਪਲੀਜ਼ ਸਰ, ਇਹ ਰਿਕਵੈਸਟ ਆ ਸਾਡੀ। ਹਾਂਜੀ ਸਰ, ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇ ਇਹ ਸਾਰਾ ਕੁਝ ਕਿਸੇ ਨੇ ਜਾਣਬੁੱਝ ਕੇ ਕੀਤਾ ਤਾਂ ਮੁਜਰਮ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਚਾਹੇ ਫਿਰ ਉਹ ਕੋਈ ਵੀ ਹੋਵੇ। ਠੀਕ ਆ, ਮੈਂ ਤੁਹਾਡੀ ਨਾ ਕੰਪਲੇਂਟ ਨੋਟ ਕਰ ਲੈਤਾ ਹੁਣ ਆਹ ਕਿਹੜਾ ਨਵਾਂ ਸਿਆਪਾ ਪੈ ਗਿਆ? ਤੇ FIR ਦਰਜ ਕਰਵਾ ਦੇਣਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਾ ਦੇਣਾ। ਜੇ ਸੱਚੀ ਉਹਨਾਂ ਦੇ ਨਾਲ ਕੁਝ ਗਲਤ ਹੋਇਆ ਨਾ ਤਾਂ ਅਸੀਂ ਛੇਤੀ ਮੁਜਰਮ ਨੂੰ ਫੜ ਲਵਾਂਗੇ ਤੇ ਸਾਡੇ ਕੋਲੋਂ ਬਚ ਨਹੀਂ ਪਾਏਗਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਰਪੰਚ ਸਾਹਿਬ, ਮੈਂ ਬੜੀ ਮੁਸ਼ਕਲ 'ਚ ਹਾਂ ਜੀ, ਮੇਰੀ ਮਦਦ ਕਰੋ, ਨਹੀਂ ਤਾਂ ਮੈਂ ਮਾਰਿਆ ਜਾਣਾ ਜੀ। ਹਾਂ ਵੀ ਲੱਡੂ ਸਿਆਂ, ਕੀ ਗੱਲ ਜ਼ਿੰਦਗੀ ਨਾਲ ਬੜਾ ਮੋਹ ਜਾਗ ਪਿਆ ਅੱਜ ਕੱਲ ਤੇਰਾ? ਜਨਾਬ, 100 ਸਾਲ ਹੰਡਾਉਣ ਤੋਂ ਬਾਅਦ ਵੀ ਬਜ਼ੁਰਗਾਂ ਨੂੰ ਜਿਉਣ ਦਾ ਚਾਹ ਹੁੰਦਾ। ਮੈਨੂੰ ਤਾਂ ਹਜੇ ਨਵੀਂ ਨਵੀਂ ਚੜ੍ਹੀ ਆ। ਸਰਪੰਚ ਸਾਹਿਬ, ਮੇਰੀ ਸੱਚੀ ਮਦਦ ਕਰੋ ਜੀ, ਮੈਂ ਸੱਚੀ ਬਹੁਤ ਮੁਸ਼ਕਲ 'ਚ ਹਾਂ। ਉਹ ਤਾਂ ਤੇਰੀ ਸ਼ਕਲ ਦੇਖ ਕੇ ਹੀ ਲੱਗ ਰਿਹਾ ਹੈ। ਨਹੀਂ, ਜਿੰਨੀ ਤਮੀਜ਼ ਨਾਲ ਤੂੰ ਗੱਲ ਕਰ ਰਿਹਾ ਹੈ, ਐਨੀ ਤਮੀਜ਼ ਨਾਲ ਤਾਂ ਤੂੰ ਆਪਣੇ ਸਕਿਆਂ ਨਾਲ ਗੱਲ ਨਾ ਕਰੇ। ਕੀ ਗੱਲ, ਮਾਮਲਾ ਕੋਈ ਜ਼ਿਆਦਾ ਹੀ ਗੰਭੀਰ ਲੱਗਦਾ? ਆ ਵੀ ਤੁਹਾਡੀ ਮਿਹਰਬਾਨੀ ਹੈ ਸਰਪੰਚ ਸਾਹਿਬ, ਤੁਹਾਡੇ ਕਹਿਣ ਤੇ ਮੈਂ ਉਸ ਬੁੱਢੇ ਦਾ, ਮੇਰਾ ਮਤਲਬ ਹੈ ਉਸ ਸੁਰਿੰਦਰ ਬਾਊ ਜੀ ਦਾ ਕਤਲ ਕੀਤਾ। ਉਹ ਕਤਲ ਨਾਲ ਮੇਰੇ ਗਲ 'ਚ ਹੱਡੀ ਬਣ ਕੇ ਫਸ ਗਿਆ। ਰੋਜ਼ ਪੁਲਿਸ ਵਾਲੇ ਰੋਕ ਲੈਂਦੇ ਨੇ, ਕਦੇ ਇਸ ਮੋੜ ਤੇ ਕਦੇ ਉਸ ਮੋੜ ਤੇ। ਕੱਲ ਤਾਂ ਮੇਰੇ ਘਰ ਤੱਕ ਆ ਗਏ, ਪਤਾ ਨਹੀਂ ਹੁਣ ਕਦੋਂ ਮੇਰੇ ਤੱਕ ਪਹੁੰਚ ਜਾਣ। ਮੈਨੂੰ ਤਾਂ ਸਮਝ ਨਹੀਂ ਆਉਂਦੀ ਪੁਲਿਸ ਵਾਲਿਆਂ ਨੂੰ ਹੋਇਆ ਕੀ ਹੈ, ਇੰਨੇ ਪੁਰਾਣੇ ਗੜੇ ਮੁਰਦੇ ਕਿਉਂ ਖਾੜੀ ਜਾਂਦੇ ਆ? ਉਹ ਕਾਕੇ, ਉਹ ਕਹਿੰਦੇ ਹੁੰਦੇ ਆ ਵੀ ਸਾਂਢ ਜਦੋਂ ਜ਼ਿਆਦਾ ਭੁੱਸਰ ਜਾਂਦਾ ਨਾ ਤਾਂ ਉਹਦੇ ਮੋਟਾ ਸੰਗਲ ਪਾ ਕੇ ਉਹਨੂੰ ਕਿੱਲੇ ਨਾਲ ਬੰਨਣਾ ਪੈਂਦਾ ਹੈ। ਐਂ ਤੂੰ ਵੀ ਜ਼ਿਆਦਾ ਹੀ ਭੁੱਸਰ ਗਿਆ ਸੀ। ਬਹੁਤ ਪੈਸੇ ਠੱਗੇ ਨੇ ਤੂੰ ਮੇਰੇ ਕੋਲੋਂ। ਬਸ ਤੈਨੂੰ ਮਾੜਾ ਜਿਹਾ ਦਿਖਾਉਣਾ ਸੀ ਕਿ ਤੇਰੇ ਸਾਹ ਮੇਰੀ ਮੁੱਠੀ 'ਚ ਨੇ। ਮਤਲਬ ਤੁਸੀਂ ਪੁਲਿਸ ਭੇਜੀ ਸਾਡੇ ਘਰੇ? ਬਾਹਰ ਇੱਕ ਵੈਨ ਖੜੀ ਹੈ, ਉਹਨੂੰ ਅੰਬਾਲੇ ਤੱਕ ਪਹੁੰਚਾਉਣਾ ਹੈ। ਕਿੱਥੇ ਪਹੁੰਚਾਉਣਾ ਹੈ ਇਹ ਮੈਂ ਤੈਨੂੰ ਮੈਸੇਜ ਕਰਕੇ ਦੱਸੂਗਾ।
ਪੰਚ ਸਾਹਿਬ ਕਾਹਨੂੰ ਗਰੀਬ ਮਾਰ ਕਰਦੇ ਹੋ, ਕਾਹਨੂੰ ਗਰੀਬ ਤੇ ਪਰਚਾ ਕਰਾਉਂਦੇ ਹੋ? ਪਿਛਲੀ ਵਾਰ ਵੀ ਤੁਹਾਡਾ ਸਮਾਨ ਛੱਡਣ ਗਿਆ ਸੀ, ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਆ, ਕਦੇ ਇੱਥੇ ਰੋਕ ਲੈਂਦੇ ਆ, ਕਦੇ ਉੱਥੇ। ਨਾਲੇ ਮੈਨੂੰ ਇਹ ਤਾਂ ਨਹੀਂ ਪਤਾ ਕਿ ਤੁਸੀਂ ਬੋਰੀਆਂ 'ਚ ਭਰ ਭਰ ਕੇ ਕੀ ਭੇਜਦੇ ਹੋ, ਪਰ ਇੰਨਾ ਜ਼ਰੂਰ ਪਤਾ ਉਹਦੇ 'ਚ ਹੈਗਾ ਕੁਝ ਗਲਤ ਹੈ। ਤੇ ਮੈਂ ਇੱਕ ਵਾਰੀ ਫੜਿਆ ਗਿਆ ਨਾ, ਸਾਰੀ ਉਮਰ ਦੀ ਜ਼ਮਾਨਤ ਹੋਣੀ। ਜਦ ਤੱਕ ਮੇਰਾ ਨਾਮ ਬਾਹਰ ਨਹੀਂ ਆਉਂਦਾ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦਾ, ਕੋਈ ਹੱਥ ਵੀ ਨਹੀਂ ਲਾਊਗਾ ਤੇਰੇ ਤੇ, ਇਹ ਮੇਰਾ ਵਾਅਦਾ ਤੇਰੇ ਨਾਲ। ਬਸ ਨਾਲੇ ਗੱਲ ਸੁਣ, ਤੇਰੇ ਕੋਲ ਹੋਰ ਕੋਈ ਚਾਰਾ ਵੀ ਹੈ ਨਹੀਂ, ਤੂੰ ਸਿਰਫ ਪੈਸੇ ਤੇ ਕੰਮ ਨਾਲ ਮਤਲਬ ਰੱਖ। ਠੀਕ ਹੈ ਸਰਪੰਚ ਸਾਹਿਬ, ਮੈਂ ਛੱਡ ਆਊਂਗਾ, ਪਰ ਤੁਸੀਂ ਉਹ ਬੁੱਢੇ, ਮੇਰਾ ਮਤਲਬ ਸੁਰਿੰਦਰ ਬਾਊ ਜੀ ਵਾਲੀ ਜਿਹੜੀ ਰਿਪੋਰਟ ਹੈਗੀ ਪੋਸਟਮਾਰਟਮ ਵਾਲੀ, ਉਹਦਾ ਕੁਝ ਕਰ ਦਿਓ ਜੀ। ਤੂੰ ਗੱਡੀ ਛੱਡ ਕੇ ਆ, ਬਾਕੀ ਸਭ ਮੈਂ ਆਪੇ ਦੇਖ ਲਊਂ। जय हो मां चिंतपूर्णी दी, बोलो उच्चा दरबारा वाली माता दी जय। देसी घी दे लड्डू बनाए ने माता रानीए, ਉਹ ਵੀ ਪੂਰੀ ਸ਼ਰਧਾ ਨਾਲ। ਤੁਸੀਂ ਸਾਡਾ ਇਹਨਾਂ ਕੰਮ ਜੋ ਕੀਤਾ। ਮਾਤਾ ਰਾਣੀ ਇੱਕ ਮਿਹਰ ਨਾ ਹੋਰ ਕਰ ਦਿਓ, ਛੇਤੀ ਛੇਤੀ ਇਹਨਾਂ ਕਾਗਜ਼ਾਂ ਤੇ ਸਰਕਾਰੀ ਮੋਹਰ ਲਵਾ ਦਿਓ। ਮੈਂ ਤੇਰੇ ਨਾਂ ਦਾ ਨਾ ਜਗਰਾਤਾ ਕਰਵਾਉਂਗੀ। ਸੱਚ ਕਹਿ ਰਿਹਾ ਮਾਤਾ। ਤੇ ਵਿਚਾਰੀ ਦੁਰਗਾ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਆਪਾਂ ਉਹਦੀ ਨੱਕ ਥੱਲੇ ਕਾਗਜ਼ਾਂ ਤੇ ਉਹਨੇ ਅੰਗੂਠੇ ਦੀ ਛਾਪ ਲੈ ਲਈ। ਉਹ ਤਾਂ ਵਿਚਾਰੀ ਹਜੇ ਵੀ ਨਾ ਮਾਲਕਣ ਬਣੀ ਘੁੰਮਦੀ ਫਿਰਦੀ ਹੋਣੀ। ਮਾਫ ਕਰੀ ਮਾਤਾ ਰਾਣੀ। हे ਮਾਤਾ ਰਾਣੀ, ਇਹਨਾਂ ਤਿੰਨਾਂ ਨੇ ਤਾਂ ਮੇਰੇ ਨਾਲ ਬਹੁਤ ਵੱਡੀ ਚਲਾਕੀ ਕੀਤੀ। ਬਚਾ ਲਓ ਮੈਨੂੰ, ਮੈਨੂੰ ਤਾਂ ਬਸ ਤੁਹਾਡਾ ਹੀ ਸਹਾਰਾ ਹੈ। ਬਚਾ ਲਓ ਮਾਤਾ ਰਾਣੀ, ਬਚਾ ਲਓ। ਤੁਹਾਡੇ ਤਿੰਨਾਂ ਦੀ ਇਸ ਖੁਸ਼ੀ ਦੇ ਪਿੱਛੇ ਦਾ ਅਸਲ ਕਾਰਨ ਮੈਂ ਜਾਣਦੀ ਹਾਂ। ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਤਿੰਨਾਂ ਨੇ ਮੇਰੇ ਨਾਲ ਕੀ ਧੋਖਾ ਕੀਤਾ ਹੈ। ਚਲੋ ਆ ਵੀ ਚੰਗਾ ਹੋਇਆ ਫਿਰ। ਬੰਦੇ ਨੂੰ ਜੇ ਆਪਣੇ ਦੁੱਖਾਂ ਦਾ ਪਹਿਲਾਂ ਹੀ ਪਤਾ ਲੱਗ ਜੇ ਨਾ, ਤਾਂ ਉਹਦੇ ਵਾਸਤੇ ਦੁੱਖ ਸਹਿਣਾ ਸੌਖਾ ਹੋ ਜਾਂਦਾ ਹੈ। ਜਾ ਫਿਰ ਜਾ ਕੇ ਆਪਣਾ ਸਮਾਨ ਬੰਨ ਲੈ। ਦੁਰਗਾ, ਜਾਣ ਤੋਂ ਪਹਿਲਾਂ ਨਾ ਪ੍ਰਸ਼ਾਦ ਵਾਲੇ ਲੱਡੂ ਖਾ ਕੇ ਜਾਏ। ਕਿੱਟੀ ਭੈਣ ਨੇ ਪੂਰੀ ਮੱਝ ਦੇ ਘਿਓ ਦੇ ਬਣਾਏ ਨੇ। ਲੈ ਪ੍ਰਸ਼ਾਦ ਖਾ। ਮਾਤਾ ਰਾਣੀ ਦਾ ਇਹ ਪ੍ਰਸ਼ਾਦ ਤਾਂ ਮੈਂ ਖਾ ਲੈਣੀ ਹੈ ਲੱਡੂ ਜਨਾਬ, ਪਰ ਹੁਣ ਤੁਸੀਂ ਤਿੰਨੇ ਚੱਕਰ ਖਾਣ ਲਈ ਤਿਆਰ ਹੋ ਜਾਓ। ਕੀ ਮਤਲਬ ਹੈ ਤੇਰਾ? ਇਹੀ ਕਿ ਇੱਕ ਵਾਰੀ ਘਰ ਦੇ ਕਾਗਜ਼ ਤਾਂ ਦੇਖ ਲਓ, ਠੀਕ ਵੀ ਨੇ ਜਾਂ ਨਹੀਂ। ਓਏ ਆ ਕੀ? ਹੈ ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਗਿਆ? ਇਹ ਵੀ ਤੇਰੀ ਕੋਈ ਚਾਲ ਲੱਗਦੀ ਹੈ ਕੁੜੀਏ। ਤੂੰ ਸੱਪ ਵਾਂਗੂ ਸਾਡੇ ਘਰ ਤੇ ਫਨ ਫਲਾਈ ਬੈਠੀ ਹੈ। ਮੈਨੂੰ ਬਿੱਟੀ ਤੇ ਲੱਡੂ ਨੇ ਤੇਰੇ ਬਾਰੇ ਸਾਰਾ ਕੁਝ ਦੱਸਤਾ। ਜਦੋਂ ਦੀ ਆਈ ਹੈ ਸਾਰੇ ਘਰ 'ਚ ਸਿਆਪਾ ਪਾਇਆ ਹੋਇਆ। ਕਿਸੇ ਹੋਰ ਦਾ ਹੱਕ ਦੱਬ ਕੇ ਤੈਨੂੰ ਜਮਾ ਸ਼ਰਮ ਨਹੀਂ ਆਉਂਦੀ? ਮੈਂ ਕਿਸੇ ਦਾ ਕੋਈ ਹੱਕ ਨਹੀਂ ਮਾਰਿਆ ਭਾਬੀ। ਤਾਇਆ ਜੀ ਨੇ ਆਪਣੀ ਮਰਜ਼ੀ ਨਾਲ ਇਹ ਘਰ ਮੇਰੇ ਨਾਲ ਲਵਾਇਆ ਸੀ। ਮੈਨੂੰ ਤਾਂ ਪਤਾ ਹੀ ਬਾਅਦ ਚ ਲੱਗਿਆ ਸੀ। ਉਹ ਤੂੰ ਰਹਿਣ ਦੇ, ਸਭ ਜਾਣਦੀ ਆ ਮੈਂ। ਤੇਰੇ ਵਰਗੀਆਂ ਬਹੁਤ ਦੇਖੀਆਂ ਨੇ। ਬਾਪੂ ਜੀ ਸਾਡੇ ਆਪਣੇ ਸੀ ਤੇ ਤੂੰ ਲਾਵਾਰਿਸ। ਤੇਰਾ ਨਾ ਕੋਈ ਅੱਗਾ ਤੇ ਨਾ ਪਿੱਛਾ। ਆਪਣੀਆਂ ਨੂਹਾਂ, ਪੁੱਤਾਂ ਤੇ ਪੋਤੀਆਂ ਨੂੰ ਛੱਡ ਕੇ ਤੇਰੇ ਨਾਲ ਲਵਾਣਗੇ ਘਰ। ਹੈ ਝੂਠਾਂ ਦੀ ਪੰਡ ਨਾ ਹੋਵੇ ਤਾਂ। ਜੇ ਤੁਹਾਨੂੰ ਕੋਈ ਸ਼ੱਕ ਆ ਨਾ ਭਾਬੀ, ਤਾਂ ਘਰ ਦੇ ਅਸਲ ਕਾਗਜ਼ ਦਿਖਾਨੀ ਆ ਤੁਹਾਨੂੰ, ਜਿਨ੍ਹਾਂ ਤੇ ਸਰਕਾਰੀ ਮੋਹਰ ਵੀ ਲੱਗੀ ਹੈ। ਤੁਸੀਂ ਤਿੰਨਾਂ ਨੇ ਤਾਂ ਧੋਖੇ ਨਾਲ ਕਾਗਜ਼ਾਂ ਤੇ ਮੇਰਾ ਅੰਗੂਠਾ ਲਵਾ ਲਿਆ, ਪਰ ਫਿਲਹਾਲ ਉਹਨਾਂ ਕਾਗਜ਼ਾਂ ਦਾ ਕੋਈ ਮੁੱਲ ਨਹੀਂ, ਕਿਉਂਕਿ ਕਾਗਜ਼ਾਂ ਤੇ ਅੰਗੂਠੇ ਦਾ ਨਿਸ਼ਾਨ ਤਾਂ ਰਿਹਾ ਹੀ ਨਹੀਂ ਨਾ, ਤੇ ਇਹ ਘਰ ਤਾਂ ਮੇਰੇ ਨਾਲ ਹੀ ਰਹੂਗਾ। ਅੱਛਾ, ਵਾਹ ਕਮਾਲ ਹੈ ਕੁੜੀਏ। ਵੈਸੇ ਮੰਨਣ ਵਾਲੀ ਗੱਲ ਹੈ, ਇੱਕ ਪੂਰਾ ਪੱਕਾ ਕੰਮ ਕੀਤਾ ਹੋਇਆ ਨਾ ਤੂੰ। ਵੈਸੇ ਇੱਕ ਗੱਲ ਤਾਂ ਦੱਸ,
ਬਾਪੂ ਜੀ ਨੂੰ ਤੂੰ ਫਸਾਇਆ ਕਿਵੇਂ? ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਜਾਂ ਇਸ ਤੋਂ ਵੀ ਅੱਗੇ ਵੱਧ ਗਈ ਸੀ ਤੂੰ? ਭਾਬੀ ਹੁਣ ਤੁਸੀਂ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹੋ ਅਸੀਂ ਤਾਂ ਦੇਰ ਕਰਤੀ। ਸਾਨੂੰ ਤਾਂ ਬਹੁਤ ਪਹਿਲਾਂ ਹੀ ਹੱਦਾਂ ਪਾਰ ਕਰ ਦੇਣੀਆਂ ਚਾਹੀਦੀਆਂ ਸੀ। ਤੈਨੂੰ ਇਹ ਗੱਲਾਂ ਚੁੱਭ ਰਹੀਆਂ ਹੋਣੀਆਂ ਨੇ ਨਾ, ਮਤਲਬ ਇਹਦੇ ਵਿੱਚ ਕੋਈ ਨਾ ਕੋਈ ਸੱਚਾਈ ਤਾਂ ਜ਼ਰੂਰ ਹੈ। ਸੱਚਾਈ ਤਾਂ ਸਾਹਮਣੇ ਆ ਗਈ ਬਿੱਟੀ। ਬੇਬੇ ਦੇ ਮਰਨ ਤੋਂ ਬਾਅਦ ਬੁੜਾ ਕੱਲਾ ਰਹਿ ਗਿਆ ਸੀ। ਉਹਦਾ ਵੀ ਤਾਂ ਕੱਲਾਪਨ ਦੂਰ ਕਰਨਾ ਸੀ, ਤੇ ਉੱਤੋਂ ਇਹ ਜਵਾਨ ਤੇ ਸੋਹਣੀ, ਇਹਦੇ ਵੀ ਦਿਲ ਦੀ ਪੂਰੀ ਹੋ ਗਈ। ਲਵਾ ਲਿਆ ਘਰ ਆਪਣੇ ਨਾਮ।